प्यारे विद्यार्थियों सत श्री अकाल। मैं प्रियंका महाजन साइंस मिस्ट्रेस गवर्नमेंट गर्ल्स सीनियर सैकेंडरी स्कूल लोहियां खास जलंधर तुहाडा अज दी साइंस दी क्लास विच बहुत बहुत स्वागत करदी हाँ। बेटा अज मैं तुहानू 7वीं जमात दा अध्याय नंबर 3 रेशियां तो कपड़ियां तक फाइबर टू फैब्रिक करवान जा रही हाँ। उम्मीद करदी हाँ तुसी इस अध्याय नू ध्यान नाल समझोगे ते अपने विज्ञान विषय दी जानकारी विच वाधा करोगे। ते चलो बेटा असी अपना अध्याय शुरू करने हाँ। बेटा 6वीं जमात विच तुसी पौधिਆਂ ਤੋਂ ਪ੍ਰਾਪਤ ਹੋਣ ਵਾਲੇ ਕੁਝ ਰੇਸ਼ਿਆਂ ਬਾਰੇ ਪੜ੍ਹਿਆ ਸੀ। ਤੁਸੀਂ ਇਹ ਵੀ ਪੜ੍ਹਿਆ ਸੀ ਕਿ ਉਨ ਅਤੇ ਰੇਸ਼ਮ ਦੇ ਰੇਸ਼ੇ ਜੰਤੂਆਂ ਤੋਂ ਪ੍ਰਾਪਤ ਹੁੰਦੇ ਹਨ ਤੇ ਜੰਤੂਆਂ ਤੋਂ ਪ੍ਰਾਪਤ ਹੋਣ ਵਾਲੇ ਰੇਸ਼ਿਆਂ ਨੂੰ ਅਸੀਂ ਜੰਤੂ ਰੇਸ਼ੇ ਕਹਿੰਦੇ ਹਾਂ, ਐਨੀਮਲ ਫਾਈਬਰਸ। ਤੇ ਕੀ ਤੁਸੀਂ ਇਹ ਜਾਣਦੇ ਹੋ ਕਿ ਭੇਡ ਦੇ ਸਰੀਰ ਦੇ ਕਿਸ ਭਾਗ ਤੋਂ ਰੇਸ਼ੇ ਮਿਲਦੇ ਹਨ? ਤੇ ਕੀ ਤੁਸੀਂ ਇਹ ਵੀ ਜਾਣਦੇ ਹੋ ਕਿ ਇਹਨਾਂ ਰੇਸ਼ਿਆਂ ਨੂੰ ਉੱਨ ਵਿੱਚ ਕਿਵੇਂ ਬਦਲਿਆ ਜਾਂਦਾ ਹੈ? ਬੇਟਾ ਕਦੀ ਤੁਸੀਂ ਇਹ ਸੋਚਿਆ ਕਿ ਰੇਸ਼ਮ ਦੇ ਰੇਸ਼ਿਆਂ ਤੋਂ ਰੇਸ਼ਮ ਕਿਵੇਂ ਬਣਾਇਆ ਜਾਂਦਾ ਹੈ, ਜਿਨ੍ਹਾਂ ਤੋਂ ਤੁਹਾਡੀਆਂ ਸਾੜੀਆਂ ਤਿਆਰ ਹੁੰਦੀਆਂ ਹਨ, ਹੈ ਨਾ? ਤੇ ਇਸ ਅਧਿਆਏ ਵਿੱਚ ਅਸੀਂ ਅਜਿਹੇ ਹੀ ਕੁਝ ਪ੍ਰਸ਼ਨਾਂ ਦੇ ਉੱਤਰ ਜਾਣਨ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਧਿਆਨ ਨਾਲ ਸਮਝਣਾ ਹੈ। ਤੁਹਾਨੂੰ ਪਤਾ ਹੈ ਕਿ ਤੁਹਾਨੂੰ ਜਿਹੜੀ ਉੱਨ ਹੈ ਉਹ ਭੇਡ, ਬੱਕਰੀ, ਊਠ, ਯਾਕ ਆਦਿ ਦੇ ਵਾਲਾਂ ਤੋਂ ਮਿਲਦੀ ਹੈ। ਤੇ ਕਦੇ ਤੁਸੀਂ ਇਹ ਸੋਚਿਆ ਕਿ ਇਹਨਾਂ ਸਾਰੇ ਜੰਤੂਆਂ ਦੇ ਸਰੀਰ ਤੇ ਇਹ ਵਾਲ ਕਿਉਂ ਹੁੰਦੇ ਹਨ? ਤੁਸੀਂ ਚਿੱਤਰ ਵਿੱਚ ਵੀ ਦੇਖ ਸਕਦੇ ਹੋ, ਸੰਘਣੇ ਵਾਲਾਂ ਵਾਲੀ ਭੇਡ ਦਰਸਾਈ ਹੈ ਮੈਂ ਇਸ ਚਿੱਤਰ ਵਿੱਚ, ਤੇ ਇਸ ਭੇਡ ਦੇ ਇਹਨਾਂ ਵਾਲਾਂ ਤੋਂ ਹੀ ਉੱਨ ਬਣਾਈ ਜਾਂਦੀ ਹੈ। ਬੇਟੇ ਕਦੀ ਤੁਸੀਂ ਸੋਚਿਆ ਕਿ ਇਹਨਾਂ ਦੇ ਸਰੀਰ ਤੇ ਇੰਨੇ ਸਾਰੇ ਵਾਲਾਂ ਦੀ ਮੋਟੀ ਪਰਤ ਕਿਉਂ ਹੁੰਦੀ ਹੈ? ਬੇਟਾ ਅਸਲ ਵਿੱਚ ਜਿਹੜੇ ਵਾਲ ਹਨ ਉਹ ਵਧੇਰੀ ਮਾਤਰਾ ਵਿੱਚ ਹਵਾ ਆਸਾਨੀ ਨਾਲ ਆਪਣੇ ਵਿੱਚ ਭਰ ਲੈਂਦੇ ਹਨ ਤੇ ਹਵਾ ਜਿਹੜੀ ਹੈ ਉਹ ਤਾਪ ਦੀ ਕੁਚਾਲਕ ਹੈ। ਇਸ ਲਈ ਇਹ ਹਵਾ ਇਹਨਾਂ ਜੰਤੂਆਂ ਨੂੰ ਗਰਮ ਰੱਖਦੀ ਹੈ। ਇਸ ਕਰਕੇ ਇਹਨਾਂ ਦੇ ਸਰੀਰ ਤੇ ਇੰਨੇ ਸਾਰੇ ਵਾਲ ਹੁੰਦੇ ਹਨ ਤੇ ਉੱਨ ਇਹਨਾਂ ਲੂੰਦਾਰ ਰੇਸ਼ਿਆਂ ਤੋਂ ਹੀ ਪ੍ਰਾਪਤ ਕੀਤੀ ਜਾਂਦੀ ਹੈ। ਬੇਟਾ ਭੇਡ ਦੀ ਲੂੰਦਾਰ ਚਮੜੀ ਉੱਤੇ 2 ਤਰ੍ਹਾਂ ਦੇ ਰੇਸ਼ੇ ਹੁੰਦੇ ਹਨ, ਦਾੜੀ ਦੇ ਰੁੱਖੇ ਵਾਲ ਅਤੇ ਚਮੜੀ ਦੇ ਨੇੜੇ ਮੌਜੂਦ ਤੰਦ ਰੂਪੀ ਮੁਲਾਇਮ ਵਾਲ। ਤੰਦ ਰੂਪੀ ਵਾਲ ਉੱਨ ਬਣਾਉਣ ਲਈ ਰੇਸ਼ੇ ਦਿੰਦੇ ਹਨ ਤੇ ਭੇਡਾਂ ਦੀਆਂ ਕੁਝ ਨਸਲਾਂ ਵਿੱਚ ਸਿਰਫ ਤੰਦ ਰੂਪੀ ਮੁਲਾਇਮ ਵਾਲ ਹੀ ਹੁੰਦੇ ਹਨ। ਇਹਨਾਂ ਨੂੰ ਵਿਸ਼ੇਸ਼ ਰੂਪ ਵਿੱਚ ਅਜਿਹੀਆਂ ਭੇਡਾਂ ਨੂੰ ਜਨਮ ਦੇਣ ਲਈ ਚੁਣਿਆ ਜਾਂਦਾ ਹੈ ਜਿਨ੍ਹਾਂ ਦੇ ਸਰੀਰ ਉੱਤੇ ਕੇਵਲ ਮੁਲਾਇਮ ਵਾਲ ਹੀ ਹੋਣ। ਚੋਣ ਦੀ ਇਹ ਪ੍ਰਕਿਰਿਆ ਚੋਣਵਾਂ ਪ੍ਰਜਨਨ ਅਖਵਾਉਂਦੀ ਹੈ। ਬੇਟਾ ਇਸ ਨੂੰ ਅੰਗਰੇਜ਼ੀ ਵਿੱਚ ਸਿਲੈਕਟਿਵ ਬਰੀਡਿੰਗ ਕਹਿੰਦੇ ਹਨ। ਚੋਣਵਾਂ ਪ੍ਰਜਨਨ ਇਸ ਲਈ ਕਰਵਾਇਆ ਜਾਂਦਾ ਹੈ ਤਾਂ ਕਿ ਜਿਹੜੀਆਂ ਨਵੀਆਂ ਭੇਡਾਂ ਪੈਦਾ ਹੋਣ ਉਹਨਾਂ ਦੇ ਸਰੀਰ ਉੱਤੇ ਵੱਧ ਤੋਂ ਵੱਧ ਤੰਦਰੂਪੀ ਮੁਲਾਇਮ ਵਾਲ ਹੋਣ ਤੇ ਅਸੀਂ ਉਹਨਾਂ ਤੋਂ ਵੱਧ ਉੱਨ ਪ੍ਰਾਪਤ ਕਰ ਸਕੀਏ। ਨੈਕਸਟ, ਉੱਨ ਦੇਣ ਵਾਲੇ ਜੰਤੂ। ਬੇਟੇ ਉੱਨ ਦੇਣ ਵਾਲੇ ਜੰਤੂ ਐਨੀਮਲਸ ਦੈਟ ਯੀਲਡ ਵੂਲ ਬਹੁਤ ਸਾਰੇ ਹਨ। ਤੁਹਾਨੂੰ ਕੁਝ ਮੁੱਖ ਉਦਾਹਰਨਾਂ ਮੈਂ ਇੱਥੇ ਦਿੱਤੀਆਂ ਹਨ। ਬੇਟਾ ਕੇਵਲ ਭੇਡਾਂ ਹੀ ਉੱਨ ਦਾ ਇਕੱਲਾ ਸਰੋਤ ਨਹੀਂ ਹੈ, ਇਹਨਾਂ ਤੋਂ ਇਲਾਵਾ ਵੀ ਬਹੁਤ ਸਾਰੇ ਜੰਤੂ ਅਜਿਹੇ ਹਨ ਜਿਨ੍ਹਾਂ ਤੋਂ ਸਾਨੂੰ ਉੱਨ ਪ੍ਰਾਪਤ ਹੁੰਦੀ ਹੈ। ਬੇਟਾ ਪਰ ਫਿਰ ਵੀ ਜਿਹੜੀ ਬਾਜ਼ਾਰ ਵਿੱਚ ਸਾਨੂੰ ਉੱਨ ਮਿਲਦੀ ਹੈ ਜ਼ਿਆਦਾਤਰ ਉਹ ਭੇਡ ਦੀ ਉੱਨ ਹੀ ਹੁੰਦੀ ਹੈ। ਬੱਕਰੀ ਦੇ ਵਾਲਾਂ ਤੋਂ ਵੀ ਉੱਨ ਪ੍ਰਾਪਤ ਕੀਤੀ ਜਾਂਦੀ ਹੈ। ਅੰਗੋਰਾ ਉੱਨ ਜਿਹੜੀ ਹੈ ਉਹ ਅੰਗੋਰਾ ਨਾਮ ਦੀ ਬੱਕਰੀ ਤੋਂ ਪ੍ਰਾਪਤ ਕੀਤੀ ਜਾਂਦੀ ਹੈ ਤੇ ਇਹ ਜਿਹੜੀ ਅੰਗੋਰਾ ਨਸਲ ਵਾਲੀ ਬੱਕਰੀ ਹੈ ਇਹ ਜੰਮੂ ਅਤੇ ਕਸ਼ਮੀਰ ਦੇ ਪਹਾੜੀ ਖੇਤਰਾਂ ਵਿੱਚ ਮਿਲਦੀ ਹੈ। ਇਸ ਤੋਂ ਇਲਾਵਾ ਜਿਹੜੀ ਕਸ਼ਮੀਰੀ ਬੱਕਰੀ ਹੈ ਇਸ ਦੀ ਚਮੜੀ ਤੇ ਜਿਹੜੇ ਮੁਲਾਇਮ ਵਾਲ ਹੁੰਦੇ ਹਨ ਇਹਨਾਂ ਤੋਂ ਛਾਲਾਂ ਬਣਦੀਆਂ ਹਨ ਜਿਸ ਨੂੰ ਪਸ਼ਮੀਨਾ ਛਾਲਾਂ ਆਖਦੇ ਹਨ ਤੇ ਇਹ ਕਾਫੀ ਪ੍ਰਸਿੱਧ ਹੈ। ਇਸ ਤੋਂ ਇਲਾਵਾ ਜਿਹੜਾ ਊਠ ਹੈ ਬੇਟੇ ਊਠ ਦੇ ਵਾਲਾਂ ਤੋਂ ਵੀ ਉੱਨ ਪ੍ਰਾਪਤ ਕੀਤੀ ਜਾਂਦੀ ਹੈ ਤੇ ਨਾਲ ਹੀ ਯਾਕ, ਜਿਹੜਾ ਯਾਕ ਹੈ ਤੁਸੀਂ ਦੇਖ ਸਕਦੇ ਹੋ ਚਿੱਤਰ ਵਿੱਚ, ਯਾਕ ਦੀ ਉੱਨ ਤਿੱਬਤ ਅਤੇ ਲਦਾਖ ਵਿੱਚ ਕਾਫੀ ਪ੍ਰਚਲਿਤ ਹੈ। ਦੱਖਣੀ ਅਮਰੀਕਾ ਵਿੱਚ ਮਿਲਣ ਵਾਲੇ ਐਲਪੈਕਾ ਅਤੇ ਲਾਮਾ
ਇਹ ਜਿਹੜੇ ਜੰਤੂ ਹਨ ਇਹਨਾਂ ਤੋਂ ਵੀ ਉੱਨ ਪ੍ਰਾਪਤ ਕੀਤੀ ਜਾਂਦੀ ਹੈ। ਇਸ ਤਰ੍ਹਾਂ ਹੁਣ ਤੁਸੀਂ ਜਾਣ ਗਏ ਕਿ ਵੱਖ-ਵੱਖ ਇਲਾਕਿਆਂ ਵਿੱਚ ਵੱਖ-ਵੱਖ ਤਰ੍ਹਾਂ ਦੇ ਜੰਤੂਆਂ ਤੋਂ ਉੱਨ ਪ੍ਰਾਪਤ ਕੀਤੀ ਜਾਂਦੀ ਹੈ। ਤੇ ਬੇਟਾ ਹੁਣ ਤੁਹਾਨੂੰ ਇੱਕ ਛੋਟਾ ਜਿਹਾ ਕੰਮ ਦਵਾਂਗੇ। ਤੁਸੀਂ ਕੀ ਕਰਨਾ ਹੈ ਕਿ ਸਾਰੇ ਜੰਤੂਆਂ ਦੇ ਚਿੱਤਰ ਇਕੱਠੇ ਕਰਨੇ ਆ ਜਿਨ੍ਹਾਂ ਤੋਂ ਸਾਨੂੰ ਉੱਨ ਪ੍ਰਾਪਤ ਹੁੰਦੀ ਹੈ ਤੇ ਇੱਕ ਸੋਹਣੀ ਜਿਹੀ ਸਕ੍ਰੈਪ ਬੁੱਕ ਵਿੱਚ ਇਹ ਸਾਰੇ ਚਿੱਤਰ ਤੁਸੀਂ ਚਿਪਕਾਉਣੇ ਆ ਤੇ ਉਹਨਾਂ ਚਿੱਤਰਾਂ ਦੇ ਥੱਲੇ ਤੁਸੀਂ ਇਹਨਾਂ ਜੰਤੂਆਂ ਦਾ ਨਾਮ ਵੀ ਲਿਖਣਾ ਹੈ। ਇੱਕ ਹੋਰ ਕੰਮ ਤੁਸੀਂ ਕਰਨਾ ਹੈ, ਤੁਸੀਂ ਭਾਰਤ ਅਤੇ ਸੰਸਾਰ ਦੇ ਨਕਸ਼ੇ ਲਓ ਤੇ ਨਕਸ਼ੇ ਉੱਤੇ ਉਹਨਾਂ ਥਾਵਾਂ ਨੂੰ ਲੇਬਲ ਕਰੋ ਜਿੱਥੇ ਉਹ ਜੰਤੂ ਮਿਲਦੇ ਹਨ ਜਿਨ੍ਹਾਂ ਤੋਂ ਉੱਨ ਪ੍ਰਾਪਤ ਹੁੰਦੀ ਹੈ। ਇਹ ਦੋਨੋਂ ਕੰਮ ਤੁਸੀਂ ਜ਼ਰੂਰ ਕਰਨੇ ਆ ਤੇ ਤੁਹਾਨੂੰ ਬਹੁਤ ਮਜ਼ਾ ਆਏਗਾ ਤੇ ਤੁਹਾਡੀ ਜਾਣਕਾਰੀ ਵਿੱਚ ਵੀ ਵਾਧਾ ਹੋਵੇਗਾ ਬੇਟਾ ਨੈਕਸਟ ਇਜ਼ ਰੇਸ਼ਿਆਂ ਤੋਂ ਉੱਨ ਤੱਕ ਫਰੋਮ ਫਾਈਬਰਸ ਟੂ ਵੂਲ। ਬੇਟਾ ਉੱਨ ਪ੍ਰਾਪਤ ਕਰਨ ਲਈ ਭੇਡਾਂ ਨੂੰ ਪਾਲਿਆ ਜਾਂਦਾ ਹੈ ਤੇ ਅਸੀਂ ਸਭ ਤੋਂ ਪਹਿਲਾਂ ਭੇਡ ਪਾਲਣ ਅਤੇ ਪ੍ਰਜਨਨ ਬਾਰੇ ਪੜਾਂਗੇ। ਜੇਕਰ ਤੁਸੀਂ ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਅਰੁਣਾਚਲ ਪ੍ਰਦੇਸ਼ ਅਤੇ ਸਿੱਕਿਮ ਦੇ ਪਹਾੜੀ ਖੇਤਰਾਂ ਜਾਂ ਹਰਿਆਣਾ, ਪੰਜਾਬ, ਰਾਜਸਥਾਨ ਅਤੇ ਗੁਜਰਾਤ ਦੇ ਮੈਦਾਨਾਂ ਦੀ ਕਦੀ ਯਾਤਰਾ ਕੀਤੀ ਹੋਵੇ ਤਾਂ ਤੁਸੀਂ ਗਡਰੀਆਂ ਨੂੰ ਝੁੰਡਾਂ ਵਿੱਚ ਭੇਡਾਂ ਨੂੰ ਚਰਾਉਣ ਲਈ ਲੈ ਜਾਂਦੇ ਹੋਏ ਜ਼ਰੂਰ ਦੇਖਿਆ ਹੋਵੇਗਾ। ਬੇਟਾ ਜਿਹੜੀ ਭੇਡ ਹੁੰਦੀ ਹੈ ਉਹ ਸ਼ਾਕਾਹਾਰੀ ਜਾਨਵਰ ਹੈ ਤੇ ਉਹ ਘਾਹ ਅਤੇ ਪੱਤੇ ਪਸੰਦ ਕਰਦੀ ਹੈ। ਜਿਹੜੇ ਭੇਡ ਪਾਲਕ ਹੁੰਦੇ ਹਨ, ਭੇਡ ਨੂੰ ਪਾਲਣ ਵਾਲੇ, ਉਹ ਭੇਡਾਂ ਨੂੰ ਹਰੇ ਪੱਤਿਆਂ ਤੋਂ ਇਲਾਵਾ ਦਾਲਾਂ, ਮੱਕੀ, ਜਵਾਰ, ਖਲ ਮਤਲਬ ਬੀਜ ਵਿੱਚੋਂ ਤੇਲ ਕੱਢ ਲੈਣ ਉਪਰੰਤ ਜਿਹੜਾ ਪਦਾਰਥ ਬਚਦਾ ਹੈ ਉਸ ਨੂੰ ਖਲ ਕਹਿੰਦੇ ਆ। ਖਲ ਅਤੇ ਖਣਿਜ ਵੀ ਖਵਾਉਂਦੇ ਹਨ ਤੇ ਸਰਦੀਆਂ ਵਿੱਚ ਇਹ ਜਿਹੜੇ ਭੇਡ ਪਾਲਕ ਹੁੰਦੇ ਹਨ ਇਹ ਆਪਣੀ ਭੇਡਾਂ ਨੂੰ ਘਰ ਦੇ ਅੰਦਰ ਹੀ ਰੱਖਦੇ ਹਨ ਤੇ ਉਹਨਾਂ ਨੂੰ ਪੱਤੇ, ਅਨਾਜ ਅਤੇ ਸੁੱਕਾ ਚਾਰਾ ਖਵਾਇਆ ਜਾਂਦਾ ਹੈ। ਸਾਡੇ ਦੇਸ਼ ਦੇ ਅਨੇਕਾਂ ਭਾਗਾਂ ਵਿੱਚ ਭੇਡਾਂ ਨੂੰ ਉੱਨ ਲਈ ਪਾਲਿਆ ਜਾਂਦਾ ਹੈ। ਭੇਡਾਂ ਦੀਆਂ ਕੁਝ ਨਸਲਾਂ ਦੇ ਸਰੀਰ ਉੱਤੇ ਵਾਲਾਂ ਦੀ ਸੰਘਣੀ ਪਰਤ ਹੁੰਦੀ ਹੈ ਜਿਸ ਤੋਂ ਵੱਡੀ ਮਾਤਰਾ ਵਿੱਚ ਚੰਗੇ ਗੁਣ ਵਾਲੀ ਉੱਨ ਪ੍ਰਾਪਤ ਹੁੰਦੀ ਹੈ। ਤੇ ਹੁਣ ਤੁਹਾਨੂੰ ਮੈਂ ਸਾਰਣੀ ਦੱਸਾਂਗੀ ਜਿਸ ਵਿੱਚ ਭੇਡਾਂ ਦੀਆਂ ਕੁਝ ਭਾਰਤੀ ਨਸਲਾਂ ਦੱਸੀਆਂ ਗਈਆਂ ਹਨ ਤੇ ਉਹਨਾਂ ਤੋਂ ਪ੍ਰਾਪਤ ਉੱਨ ਦੀ ਗੁਣਵੱਤਾ ਦੱਸੀ ਗਈ ਹੈ ਤੇ ਉਹ ਕਿਹੜੇ ਰਾਜ ਵਿੱਚ ਮਿਲਦੀਆਂ ਭੇਡਾਂ ਇਹ ਦੱਸਿਆ ਗਿਆ ਹੈ। ਤੇ ਚਲੋ ਅਸੀਂ ਸਟਾਰਟ ਕਰਨੇ ਆ। ਸਭ ਤੋਂ ਪਹਿਲੀ ਨਸਲ ਜਿਹੜੀ ਭੇਡ ਦੀ ਹੈ ਉਸ ਦਾ ਨਾਮ ਹੈ ਲੋਹੀ ਤੇ ਇਸ ਤੋਂ ਚੰਗੀ ਗੁਣਵੱਤਾ ਦੀ ਉੱਨ ਪ੍ਰਾਪਤ ਹੁੰਦੀ ਹੈ ਤੇ ਇਹ ਜਿਹੜੀ ਭੇਡ ਹੈ ਇਹ ਰਾਜਸਥਾਨ ਤੇ ਪੰਜਾਬ ਦੇ ਇਲਾਕਿਆਂ ਵਿੱਚ ਪਾਈ ਜਾਂਦੀ ਹੈ। ਅਗਲੀ ਨਸਲ ਰਾਮਪੁਰ ਬੁਸ਼ਾਇਰ, ਇਸ ਤੋਂ ਪੂਰੀ ਉੱਨ ਪ੍ਰਾਪਤ ਹੁੰਦੀ ਹੈ ਤੇ ਇਹ ਉੱਤਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਵਿੱਚ ਪਾਈ ਜਾਂਦੀ ਹੈ ਭੇਡ। ਅਗਲੀ ਹੈ ਨਾਲੀ ਜਾਂ ਫਿਰ ਨਲੀ, ਇਸ ਤੋਂ ਗਲੀਚੇ ਦੀ ਉੱਨ ਪ੍ਰਾਪਤ ਕੀਤੀ ਜਾਂਦੀ ਹੈ ਤੇ ਇਹ ਰਾਜਸਥਾਨ, ਹਰਿਆਣਾ, ਪੰਜਾਬ ਵਿੱਚ ਮਿਲਦੀ ਹੈ ਭੇਡ। ਅਗਲੀ ਨਸਲ ਹੈ ਬਾਖਰਵਾਲ, ਇਸ ਤੋਂ 19 ਸਾਲਾਂ ਦੇ ਲਈ ਉੱਨ ਪ੍ਰਾਪਤ ਹੁੰਦੀ ਹੈ ਤੇ ਇਹ ਜੰਮੂ ਅਤੇ ਕਸ਼ਮੀਰ ਵਿੱਚ ਪਾਈ ਜਾਂਦੀ ਹੈ। ਫਿਰ ਮਾਰਵਾੜੀ ਨਸਲ ਦੀ ਜਿਹੜੀ ਭੇਡ ਹੈ ਉਹ ਗੁਜਰਾਤ ਦੇ ਇਲਾਕਿਆਂ ਵਿੱਚ ਪਾਈ ਜਾਂਦੀ ਹੈ ਤੇ ਇਸ ਤੋਂ ਮੋਟੀ ਤੇ ਰੁੱਖੀ ਉੱਨ ਪ੍ਰਾਪਤ ਹੁੰਦੀ ਹੈ। ਪਾਟਨਵਾੜੀ ਜਿਹੜੀ ਭੇਡ ਹੈ ਉਹ ਹੌਜ਼ਰੀ ਲਈ ਉਸਦੀ ਉੱਨ ਵਰਤੀ ਜਾਂਦੀ ਹੈ ਤੇ ਇਹ ਗੁਜਰਾਤ ਦੇ ਇਲਾਕਿਆਂ ਵਿੱਚ ਮਿਲਦੀ ਹੈ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਸਾਰਣੀ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ ਬੇਟਾ। ਤੇ ਅੱਗੇ ਚਲੋ ਬੇਟਾ, ਰੇਸ਼ਿਆਂ ਤੋਂ ਉੱਨ ਪ੍ਰਾਪਤ ਕਰਨਾ ਮਤਲਬ ਪ੍ਰੋਸੈਸਿੰਗ ਫਾਈਬਰਸ ਇਨਟੂ ਵੂਲ, ਕਿ ਸਾਨੂੰ ਇਹ ਜਿਹੜੇ ਰੇਸ਼ੇ ਸਾਨੂੰ ਭੇਡਾਂ ਤੋਂ ਜਾਂ ਹੋਰ ਕਿਸੇ ਜੰਤੂਆਂ ਤੋਂ ਪ੍ਰਾਪਤ ਹੁੰਦੇ ਹਨ ਇਹਨਾਂ ਤੋਂ ਉੱਨ ਕਿਸ ਤਰ੍ਹਾਂ ਬਣਾਈ ਜਾਂਦੀ ਹੈ ਉਹ ਅਸੀਂ ਪੜ੍ਹਨਾ ਹੈ। ਸਵੈਟਰ ਬੁਣਨ ਜਾਂ ਸ਼ਾਲ ਬਣਾਉਣ ਲਈ ਜਿਹੜੀ ਅਸੀਂ ਉੱਨ ਵਰਤਦੇ ਹਾਂ ਨਾ ਉਸ ਨੂੰ ਬਣਾਉਣ ਲਈ ਇੱਕ ਲੰਮੀ ਪ੍ਰਕਿਰਿਆ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਪ੍ਰਕਿਰਿਆ ਦੇ ਵੱਖ-ਵੱਖ ਪੜਾਅ ਹੁੰਦੇ ਹਨ, ਮਤਲਬ ਰੇਸ਼ਿਆਂ ਤੋਂ ਉੱਨ ਪ੍ਰਾਪਤ ਕਰਨ ਲਈ ਵੱਖ-ਵੱਖ ਪੜਾਅ ਹੁੰਦੇ ਹਨ। ਇਹਨਾਂ ਪੜਾਅ ਨੂੰ ਅਸੀਂ ਇੱਕ-ਇੱਕ ਕਰਕੇ ਪੜਾਂਗੇ। ਪਹਿਲਾ ਪੜਾਅ, ਉੱਨ ਦੀ ਕਟਾਈ। ਬੇਟਾ, ਭੇਡ ਦੇ ਵਾਲਾਂ ਨੂੰ ਚਮੜੀ ਦੀ ਪਤਲੀ ਪਰਤ ਸਮੇਤ ਸਰੀਰ ਤੋਂ ਉਤਾਰ ਲਿਆ ਜਾਂਦਾ ਹੈ। ਇਸ ਪ੍ਰਕਿਰਿਆ ਨੂੰ ਉੱਨ ਦੀ ਕਟਾਈ ਕਹਿੰਦੇ ਹਨ। ਭੇਡ ਦੇ ਵਾਲ ਉਤਾਰਨ ਲਈ ਉਸੇ ਤਰ੍ਹਾਂ ਦੀ ਮਸ਼ੀਨ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਦੀ ਮਸ਼ੀਨ ਨਾਈ ਤੁਹਾਡੇ ਵਾਲ ਕੱਟਣ ਲਈ ਕਰਦਾ ਹੈ। ਬੇਟਾ, ਆਮ ਤੌਰ ਤੇ ਵਾਲਾਂ ਨੂੰ ਗਰਮੀ ਦੇ ਮੌਸਮ ਵਿੱਚ ਕੱਟਿਆ ਜਾਂਦਾ ਹੈ ਤਾਂ ਕਿ ਸੁਰੱਖਿਆਤਮਕ ਪਰਤ ਦੇ ਨਾ ਰਹਿਣ ਤੇ ਵੀ ਭੇਡ ਜੀਵਤ ਰਹਿ ਸਕੇ
ਤੇ ਵਾਲ 19 ਰੇਸ਼ੇ ਪ੍ਰਦਾਨ ਕਰਦੇ ਹਨ। ਇਹਨਾਂ 19 ਰੇਸ਼ਿਆਂ ਨੂੰ ਸੋਧ ਕੇ ਉੱਨ ਦਾ ਧਾਗਾ ਬਣਾਇਆ ਜਾਂਦਾ ਹੈ। ਤੁਸੀਂ ਸੋਚ ਰਹੇ ਹੋਗੇ ਕਿ ਜਦੋਂ ਭੇਡ ਦੇ ਸਰੀਰ ਤੋਂ ਇਹ ਵਾਲ ਉਤਾਰੇ ਜਾਂਦੇ ਹੈ ਤਾਂ ਭੇਡ ਨੂੰ ਬਹੁਤ ਤਕਲੀਫ ਹੁੰਦੀ ਹੋਵੇਗੀ, ਪਰ ਬੇਟਾ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ। ਭੇਡ ਨੂੰ ਤਕਲੀਫ ਨਹੀਂ ਹੁੰਦੀ। ਉੱਨ ਉਤਾਰਨ ਦੌਰਾਨ ਭੇਡ ਨੂੰ ਕੋਈ ਖਾਸ ਦੁੱਖ ਨਹੀਂ ਹੁੰਦਾ, ਕਿਉਂਕਿ ਬੇਟਾ ਜਿਹੜੀ ਭੇਡ ਦੀ ਚਮੜੀ ਹੈ ਉਸ ਦੀ ਸਭ ਤੋਂ ਉੱਪਰਲੀ ਪਰਤ ਵਧੇਰੇ ਕਰਕੇ ਮਰੇ ਸੈੱਲਾਂ ਤੋਂ ਬਣੀ ਹੁੰਦੀ ਹੈ। ਨਾਲ ਹੀ ਭੇਡ ਦੇ ਜਿਹੜੇ ਵਾਲ ਹਨ ਉਹ ਦੁਬਾਰਾ ਤੋਂ ਉੱਗ ਆਉਂਦੇ ਹਨ, ਇਸ ਕਰਕੇ ਭੇਡ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ। ਹੁਣ ਅਗਲਾ ਪੜਾਅ ਹੈ ਅਭਿਮਾਰਜਨ। ਬੇਟਾ ਚਮੜੀ ਤੋਂ ਉਤਾਰੇ ਗਏ ਵਾਲਾਂ ਨੂੰ ਟੈਂਕੀਆਂ ਵਿੱਚ ਪਾ ਕੇ ਚੰਗੀ ਤਰ੍ਹਾਂ ਧੋਇਆ ਜਾਂਦਾ ਹੈ, ਜਿਸ ਨਾਲ ਉਹਨਾਂ ਦੀ ਚਿਕਨਾਈ, ਧੂੜ ਅਤੇ ਮਿੱਟੀ ਨਿਕਲ ਜਾਂਦੀ ਹੈ। ਇਸ ਵਿਧੀ ਨੂੰ ਅਭਿਮਾਰਜਨ ਕਹਿੰਦੇ ਹਨ। ਤੁਸੀਂ ਦੇਖ ਸਕਦੇ ਹੋ ਨਾ, ਇੱਥੇ ਇੱਕ ਵੱਡੇ ਟੈਂਕ ਵਿੱਚ ਪਾਇਆ ਹੋਇਆ ਹੈ ਉਹਨਾਂ ਨੇ ਵਾਲਾਂ ਨੂੰ ਤੇ ਚੰਗੀ ਤਰ੍ਹਾਂ ਉਸਨੂੰ ਧੋਇਆ ਜਾ ਰਿਹਾ ਹੈ। ਤੇ ਇਸ ਚਿੱਤਰ ਵਿੱਚ ਵੀ ਤੁਸੀਂ ਦੇਖ ਰਹੇ ਹੋ ਭੇਡ ਦੇ ਸਰੀਰ ਦੇ ਵਾਲ ਜਿਹੜੇ ਆ ਉਹ ਵੱਖ ਕੀਤੇ ਜਾ ਰਹੇ ਹੈ। ਬੇਟਾ ਅੱਜ ਕੱਲ੍ਹ ਜਿਹੜਾ ਅਭਿਮਾਰਜਨ ਹੈ ਉਹ ਮਸ਼ੀਨਾਂ ਨਾਲ ਕੀਤਾ ਜਾਂਦਾ ਹੈ। ਇਹ ਮਸ਼ੀਨ ਦੱਸੀ ਹੋਈ ਹੈ ਜਿਸ ਵਿੱਚ ਅਭਿਮਾਰਜਨ ਕੀਤਾ ਜਾਂਦਾ ਹੈ। ਬੇਟਾ ਪੜਾਅ 3 ਜਿਹੜਾ ਹੈ ਉਹ ਹੈ ਛੰਟਾਈ, ਸੌਰਟਿੰਗ ਆਫ ਵੂਲ। ਬੇਟਾ ਅਭਿਮਾਰਜਨ ਦੇ ਬਾਅਦ ਛੰਟਾਈ ਕੀਤੀ ਜਾਂਦੀ ਹੈ। ਰੋਮਿਲ ਅਤੇ ਲੂੰਦਾਰ ਵਾਲਾਂ ਨੂੰ ਕਾਰਖਾਨਿਆਂ ਵਿੱਚ ਭੇਜ ਦਿੱਤਾ ਜਾਂਦਾ ਹੈ, ਜਿੱਥੇ ਵੱਖ-ਵੱਖ ਗਠਨ ਵਾਲੇ ਵਾਲਾਂ ਨੂੰ ਵੱਖ-ਵੱਖ ਕੀਤਾ ਜਾਂਦਾ ਹੈ। ਬੇਟਾ ਅਗਲਾ ਪੜਾਅ ਜਿਹੜਾ ਹੈ ਚੌਥਾ ਪੜਾਅ, ਉਸ ਵਿੱਚ ਕੀ ਕੀਤਾ ਜਾਂਦਾ ਹੈ ਕਿ ਵਾਲਾਂ ਵਿੱਚੋਂ ਛੋਟੇ-ਛੋਟੇ ਕੋਮਲ ਅਤੇ ਫੁੱਲੇ ਹੋਏ ਰੇਸ਼ਿਆਂ ਨੂੰ ਚੁਣ ਲਿਆ ਜਾਂਦਾ ਹੈ। ਇਹ ਛੋਟੇ-ਛੋਟੇ ਕੋਮਲ ਤੇ ਫੁੱਲੇ ਹੋਏ ਜਿਹੜੇ ਰੇਸ਼ੇ ਹੈ ਇਸ ਨੂੰ ਅਸੀਂ ਬੁਰ ਕਹਿੰਦੇ ਹਾਂ। ਇਹ ਉਹੀ ਬੁਰ ਹੈ ਬੇਟੇ ਜੋ ਤੁਹਾਡੀ ਸਵੈਟਰ ਉੱਤੇ ਇਕੱਠੀ ਹੋ ਜਾਂਦੀ ਹੈ। ਇਸੇ ਤਰ੍ਹਾਂ ਦੀ ਬੁਰ ਜਿਹੜੀ ਹੈ ਰੇਸ਼ਿਆਂ ਤੋਂ ਵੱਖ ਕਰ ਲਈ ਜਾਂਦੀ ਹੈ। ਇਸ ਦੇ ਬਾਅਦ ਰੇਸ਼ਿਆਂ ਦਾ ਦੁਬਾਰਾ ਅਭਿਮਾਰਜਨ ਕਰਕੇ ਉਹਨਾਂ ਨੂੰ ਸੁਕਾ ਲਿਆ ਜਾਂਦਾ ਹੈ। ਇਸ ਤਰ੍ਹਾਂ ਪ੍ਰਾਪਤ ਉਪਜਾਂ ਹੀ ਧਾਗਿਆਂ ਦੇ ਰੂਪ ਵਿੱਚ ਵਰਤੇ ਜਾਣ ਲਈ ਢੁਕਵੀਂ ਉੱਨ ਹੁੰਦੀ ਹੈ। ਉਸ ਤੋਂ ਬਾਅਦ ਬੇਟਾ ਅਗਲੇ ਪੜਾਅ ਵਿੱਚ ਰੇਸ਼ਿਆਂ ਦੀ ਵੱਖ-ਵੱਖ ਰੰਗਾਂ ਵਿੱਚ ਰੰਗਾਈ ਹੁੰਦੀ ਹੈ। ਡਾਈਇੰਗ ਆਫ ਫਾਈਬਰਸ ਇਨ ਵੇਰੀਅਸ ਕਲਰਸ। ਬੇਟਾ ਰੇਸ਼ਿਆਂ ਦੀ ਵੱਖ-ਵੱਖ ਰੰਗਾਂ ਵਿੱਚ ਰੰਗਾਈ ਕੀਤੀ ਜਾਂਦੀ ਹੈ, ਕਿਉਂਕਿ ਭੇਡ ਅਤੇ ਬੱਕਰੀ ਦੀ ਜਿਹੜੀ ਕੁਦਰਤੀ ਉੱਨ ਸਾਨੂੰ ਮਿਲਦੀ ਹੈ ਆਮ ਤੌਰ 'ਤੇ ਉਹ ਕਾਲੀ, ਭੂਰੀ ਜਾਂ ਸਫੇਦ ਰੰਗ ਦੀ ਹੁੰਦੀ ਹੈ, ਪਰ ਸਾਨੂੰ ਤਾਂ ਰੰਗ ਬਿਰੰਗੀ ਉੱਨਾਂ ਚਾਹੀਦੀਆਂ ਹੈ। ਇਸ ਕਰਕੇ ਫਿਰ ਇਹਨਾਂ ਰੇਸ਼ਿਆਂ ਨੂੰ ਰੰਗਿਆ ਜਾਂਦਾ ਹੈ ਵੱਖ-ਵੱਖ ਰੰਗਾਂ ਵਿੱਚ। ਤੁਸੀਂ ਚਿੱਤਰ ਵਿੱਚ ਦੇਖ ਸਕਦੇ ਹੋ ਉੱਨ ਦੀ ਰੰਗਾਈ ਹੋ ਰਹੀ ਹੈ। ਬੇਟਾ ਅਗਲਾ ਪੜਾਅ 6ਵਾਂ ਪੜਾਅ ਆਖਰੀ ਪੜਾਅ ਹੈ ਰੇਸ਼ਿਆਂ ਨੂੰ ਸਿੱਧਾ ਕਰਕੇ ਸੁਲਝਾਉਣਾ ਅਤੇ ਉਹਨਾਂ ਨੂੰ ਲਪੇਟ ਕੇ ਧਾਗਾ ਬਣਾਉਣਾ। ਸਟ੍ਰੇਟਨਿੰਗ ਆਫ ਫਾਈਬਰਸ ਐਂਡ ਰੋਲਿੰਗ ਦੈਮ ਇਨਟੂ yarn। ਬੇਟੇ ਇਸ ਪੜਾਅ ਵਿੱਚ ਕੀ ਹੁੰਦਾ ਹੈ ਕਿ ਰੇਸ਼ਿਆਂ ਨੂੰ ਸਿੱਧਾ ਕਰਕੇ ਸੁਲਝਾਇਆ ਜਾਂਦਾ ਹੈ, ਫਿਰ ਉਹਨਾਂ ਨੂੰ ਲਪੇਟ ਕੇ ਉਹਨਾਂ ਤੋਂ ਧਾਗਾ ਬਣਾਇਆ ਜਾਂਦਾ ਹੈ। ਲੰਬੇ ਰੇਸ਼ਿਆਂ ਨੂੰ ਕੱਤ ਕੇ ਸਵੈਟਰਾਂ ਦੀ ਉੱਨ ਦੇ ਰੂਪ ਵਿੱਚ ਤੇ ਛੋਟੇ ਰੇਸ਼ਿਆਂ ਨੂੰ ਕੱਤ ਕੇ ਉੱਨੀ ਕੱਪੜੇ ਬਣਾਉਣ ਵਿੱਚ ਵਰਤਿਆ ਜਾਂਦਾ ਹੈ। ਹੁਣ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਪੂਰੀ ਵਿਧੀ 6 ਦੇ 6 ਪੜਾਅ ਚੰਗੀ ਤਰ੍ਹਾਂ ਸਮਝ ਆ ਗਏ ਹਨ। ਬੇਟਾ ਉੱਨ ਉਦਯੋਗ ਸਾਡੇ ਦੇਸ਼ ਵਿੱਚ ਬਹੁਤ ਵਿਅਕਤੀਆਂ ਲਈ ਰੋਜ਼ੀ ਰੋਟੀ ਦਾ ਇੱਕ ਮਹੱਤਵਪੂਰਨ ਸਾਧਨ ਹੈ, ਪਰ ਛਟਾਈ ਕਰਨ ਵਾਲਿਆਂ ਦਾ ਕਾਰਜ ਖਤਰੇ ਭਰਿਆ ਹੈ, ਕਿਉਂਕਿ ਕਦੇ-ਕਦੇ ਉਹਨਾਂ ਨੂੰ ਐਂਥ੍ਰੈਕਸ ਨਾਮਕ ਜੀਵਾਣੂ ਦੀ ਲਾਗ ਲੱਗ ਜਾਂਦੀ ਹੈ, ਜੋ ਕਿ ਇੱਕ ਘਾਤਕ ਰੋਗ ਦਾ ਕਾਰਕ ਹੈ, ਜਿਸ ਨੂੰ ਸੌਟਰਸ ਡਿਜ਼ੀਜ਼ ਜਾਂ ਸੌਟਰਸ ਰੋਗ ਕਹਿੰਦੇ ਹਨ। ਕਿਸੇ ਵੀ ਉਦਯੋਗ ਵਿੱਚ ਕਾਰੀਗਰਾਂ ਦੁਆਰਾ ਅਜਿਹੇ ਖਤਰਿਆਂ ਨੂੰ ਝੱਲਣਾ ਪੇਸ਼ੇ ਕਾਰਨ ਹੋਣ ਵਾਲਾ ਖਤਰਾ ਅਖਵਾਉਂਦਾ ਹੈ। ਇਹ ਇੱਕ ਚਿੰਤਾ ਦਾ ਵਿਸ਼ਾ ਹੈ ਬੇਟਾ। ਅਸੀਂ ਪੜਾਂਗੇ ਰੇਸ਼ਮ, ਸਿਲਕ ਦੇ ਬਾਰੇ। ਰੇਸ਼ਮ ਦੇ ਰੇਸ਼ੇ ਵੀ ਜੰਤੂ ਰੇਸ਼ੇ ਹੁੰਦੇ ਹਨ, ਤੁਸੀਂ ਪਹਿਲੇ ਤੋਂ ਹੀ ਜਾਣਦੇ ਹੋ। ਰੇਸ਼ਮ ਦੇ ਕੀੜੇ ਰੇਸ਼ਮ ਦੇ ਰੇਸ਼ਿਆਂ ਨੂੰ ਬਣਾਉਂਦੇ ਹਨ। ਬੇਟਾ ਰੇਸ਼ਮ ਪ੍ਰਾਪਤ ਕਰਨ ਦੇ ਲਈ ਰੇਸ਼ਮ ਦੇ ਕੀੜਿਆਂ ਨੂੰ ਪਾਲਣਾ ਰੇਸ਼ਮ ਕੀੜਾ ਪਾਲਣ ਅਖਵਾਉਂਦਾ ਹੈ। The rearing of silkworms for obtaining silk is called sericulture। ਤੇ ਤੁਸੀਂ ਚਿੱਤਰ ਵਿੱਚ ਦੇਖ ਸਕਦੇ ਹੋ ਕਿ ਸ਼ਹਿਤੂਤ ਦੇ ਪੱਤਿਆਂ ਉੱਪਰ ਕਿੰਨੇ ਸਾਰੇ ਰੇਸ਼ਮ ਦੇ ਕੀੜੇ ਜਿਹੜੇ ਹੈ ਉਹ ਪਾਲੇ ਗਏ ਹਨ। ਇਹ ਸ਼ਹਿਤੂਤ ਦੇ ਪੱਤਿਆਂ ਨੂੰ ਖਾਂਦੇ ਹਨ ਤੇ ਉਸ ਤੋਂ ਬਾਅਦ ਰੇਸ਼ਮ ਜਿਹੜਾ ਹੈ ਉਹ ਸਾਨੂੰ ਦਿੰਦੇ ਹਨ। ਇਸ ਕਿਰਿਆ ਵਿੱਚ ਰੇਸ਼ਮ ਕਿਸ ਤਰ੍ਹਾਂ ਬਣਦਾ ਹੈ ਹੁਣ ਅਸੀਂ ਡਿਟੇਲ ਵਿੱਚ ਪੜਾਂਗੇ।
ਤੇ ਬੇਟਾ ਰੇਸ਼ਮ ਦੇ ਕੀੜੇ ਦਾ ਜੀਵਨ ਚੱਕਰ, ਲਾਈਫ ਸਾਈਕਲ ਆਫ ਸਿਲਕ ਮੌਥ। ਹੁਣ ਇਸ ਵਿੱਚ ਕੀ ਹੋਏਗਾ ਬੇਟਾ, ਸਭ ਤੋਂ ਪਹਿਲਾਂ ਮਾਦਾ ਰੇਸ਼ਮ ਦਾ ਜਿਹੜਾ ਕੀੜਾ ਹੈ ਉਹ ਅੰਡੇ ਦਿੰਦਾ ਹੈ, ਜਿਨ੍ਹਾਂ ਵਿੱਚੋਂ ਲਾਰਵਾ ਨਿਕਲਦਾ ਹੈ। ਤੁਸੀਂ ਇੱਥੇ ਦੇਖ ਸਕਦੇ ਹੋ ਚਿੱਤਰ ਵਿੱਚ ਮਾਦਾ ਰੇਸ਼ਮ ਦਾ ਕੀੜਾ, ਫਿਰ ਉਸਨੇ ਦਿੱਤੇ ਅੰਡੇ ਤੇ ਇਹਨਾਂ ਅੰਡਿਆਂ ਵਿੱਚੋਂ ਨਿਕਲਿਆ ਬੇਟੇ ਲਾਰਵਾ। ਦੇਖੋ ਕਿੰਨੇ ਸਾਰੇ ਛੋਟੇ ਛੋਟੇ ਲਾਰਵਾ ਜਿਹੜੇ ਹੈ ਉਹ ਬਣਾਏ ਗਏ ਹਨ ਚਿੱਤਰ ਵਿੱਚ। ਫਿਰ ਇਹ ਸਾਈਜ਼ ਵਿੱਚ ਵਾਧਾ ਕਰਦੇ ਹਨ। ਲਾਰਵਾ ਜਿਹੜਾ ਹੈ ਇਹ ਭੋਜਨ ਪ੍ਰਾਪਤ ਕਰਦੇ ਹਨ, ਸ਼ਹਿਤੂਤ ਦੇ ਪੱਤੇ ਖਾਂਦੇ ਹਨ ਤੇ ਇਹਨਾਂ ਦਾ ਸਾਈਜ਼ ਜਿਹੜਾ ਹੈ ਉਹ ਵੱਧਦਾ ਜਾਂਦਾ ਹੈ। ਸਾਈਜ਼ ਵਿੱਚ ਵਾਧਾ ਹੋਣ ਤੇ ਲਾਰਵਾ ਇਸ ਤਰ੍ਹਾਂ ਇੱਕ ਰੇਸ਼ਮ ਦੇ ਕੀੜੇ ਵਿੱਚ ਜਿਹੜਾ ਹੈ ਪਰਿਵਰਤਿਤ ਹੋ ਜਾਂਦਾ ਹੈ। ਪੂਰਾ ਫੁੱਲ ਸਾਈਜ਼ ਪੂਰਾ ਵਿਕਸਿਤ ਹੈ ਇਹ। ਬੇਟਾ ਇਹ ਜਿਹੜਾ ਰੇਸ਼ਮ ਦਾ ਕੀੜਾ ਹੈ ਇਹ ਆਪਣੀ ਅਗਲੀ ਅਵਸਥਾ ਵਿੱਚ ਪ੍ਰਵੇਸ਼ ਕਰਨ ਲਈ ਤਿਆਰ ਹੁੰਦਾ ਹੈ ਤੇ ਜਦੋਂ ਇਹ ਅਗਲੀ ਅਵਸਥਾ ਵਿੱਚ ਪ੍ਰਵੇਸ਼ ਕਰਨ ਲਈ ਤਿਆਰ ਹੁੰਦਾ ਹੈ ਤਾਂ ਇਸ ਨੂੰ ਪਿਊਪਾ ਕਹਿੰਦੇ ਹਾਂ। ਬੇਟਾ ਜਿਹੜਾ ਪਿਊਪਾ ਹੈ ਇਹ ਆਪਣੇ ਆਲੇ ਦੁਆਲੇ ਜਾਲ ਬੁਣ ਲੈਂਦਾ ਹੈ। ਇਹ ਜਾਲ ਉਸ ਨੂੰ ਆਪਣੇ ਥਾਂ ਤੇ ਬਣੇ ਰਹਿਣ ਵਿੱਚ ਸਹਾਇਤਾ ਕਰਦਾ ਹੈ। ਫਿਰ ਇਹ ਸੰਖਿਆ 8 ਦੇ ਰੂਪ ਵਿੱਚ ਆਪਣੇ ਸਿਰ ਨੂੰ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਲੈ ਜਾਂਦਾ ਹੈ। ਪਿਊਪਾ ਜਿਹੜਾ ਹੈ ਸਿਰ ਦੀ ਇਸ ਗਤੀ ਦੇ ਸਮੇਂ ਕੈਟਰਪਿਲਰ ਪਤਲੇ ਤਾਰ ਦੇ ਰੂਪ ਵਿੱਚ ਪ੍ਰੋਟੀਨ ਤੋਂ ਬਣੇ ਇੱਕ ਪਦਾਰਥ ਦਾ ਰਿਸਾਅ ਕਰਦਾ ਹੈ, ਜੋ ਸਖਤ ਹੋ ਕੇ ਸੁੱਕ ਕੇ ਰੇਸ਼ਮ ਦਾ ਰੇਸ਼ਾ ਬਣ ਜਾਂਦਾ ਹੈ। ਜਲਦੀ ਹੀ ਕੈਟਰਪਿਲਰ ਖੁਦ ਨੂੰ ਪੂਰੀ ਤਰ੍ਹਾਂ ਰੇਸ਼ਮ ਦੇ ਰੇਸ਼ਿਆਂ ਨਾਲ ਢੱਕ ਲੈਂਦਾ ਹੈ। ਇਹ ਪਰਤ ਕੋਕੂਨ ਅਖਵਾਉਂਦੀ ਹੈ। ਤੁਸੀਂ ਚਿੱਤਰ ਵਿੱਚ ਦੇਖ ਸਕਦੇ ਹੋ ਇਹ ਕੋਕੂਨ ਬਣ ਗਿਆ ਹੋਇਆ ਹੈ। ਫਿਰ ਬੇਟਾ ਰੇਸ਼ਮ ਦੇ ਰੇਸ਼ਿਆਂ ਦੀ ਵਰਤੋਂ ਰੇਸ਼ਮ ਦੇ ਕੱਪੜੇ ਬੁਣਨ ਦੇ ਲਈ ਕੀਤੀ ਜਾਂਦੀ ਹੈ। ਤੇ ਤੁਸੀਂ ਸੋਚ ਸਕਦੇ ਹੋ ਕਿ ਜਿਹੜਾ ਰੇਸ਼ਮ ਦਾ ਇੱਕ ਰੇਸ਼ਾ ਹੈ, ਨਰਮ ਜਿਹਾ ਰੇਸ਼ਾ, ਸੂਤਰ ਰੇਸ਼ਾ, ਉਹ ਸਟੀਲ ਦੀ ਤਾਰ ਜਿੰਨਾ ਮਜ਼ਬੂਤ ਹੁੰਦਾ ਹੈ। ਤੇ ਬੇਟਾ ਇਸ ਤਰ੍ਹਾਂ ਤੁਸੀਂ ਇਸ ਚਿੱਤਰ ਵਿੱਚ ਸਿੱਖਿਆ ਕਿ ਮਾਦਾ ਰੇਸ਼ਮ ਦੇ ਕੀੜੇ ਨੇ ਅੰਡੇ ਦਿੱਤੇ, ਫਿਰ ਉਹਨਾਂ ਅੰਡਿਆਂ ਵਿੱਚੋਂ ਲਾਰਵਾ ਨਿਕਲਿਆ, ਲਾਰਵਾ ਨੇ ਭੋਜਨ ਪ੍ਰਾਪਤ ਕੀਤਾ ਤੇ ਉਸ ਦਾ ਸਰੀਰ ਜਿਹੜਾ ਉਹ ਵਿਕਸਿਤ ਹੋਣਾ ਸ਼ੁਰੂ ਹੋਇਆ ਤੇ ਇੱਕ ਪ੍ਰੌੜ ਰੇਸ਼ਮ ਦੇ ਕੀੜੇ ਵਿੱਚ ਤਬਦੀਲ ਹੋ ਗਿਆ। ਇਹ ਜਿਹੜਾ ਰੇਸ਼ਮ ਦਾ ਕੀੜਾ ਹੈ ਇਸਨੇ ਆਪਣੇ ਆਲੇ ਦੁਆਲੇ ਜਾਲ ਜਿਹਾ ਬੁਣਨਾ ਸ਼ੁਰੂ ਕੀਤਾ ਤੇ ਇਹ ਕਿਉਂਕਿ ਹੁਣ ਰੇਸ਼ਮ ਦਾ ਕੀੜਾ ਪੂਰੀ ਤਰ੍ਹਾਂ ਵਿਕਸਿਤ ਹੈ, ਆਪਣੀ ਅਗਲੀ ਅਵਸਥਾ ਵਿੱਚ ਜਾਣ ਲਈ ਇਸ ਨੂੰ ਪਿਊਪਾ ਬੋਲਿਆ। ਜਿਹੜਾ ਜਾਲ ਇਸਨੇ ਆਪਣੇ ਆਲੇ ਦੁਆਲੇ ਬੁਣਨਾ ਸ਼ੁਰੂ ਕੀਤਾ ਉਹ ਕੋਕੂਨ ਕਹਾਉਂਦਾ ਹੈ। ਇਹ ਜਾਲ ਜਿਹੜਾ ਇਹ ਦੇਖੋ ਕੋਕੂਨ ਤੁਸੀਂ ਚਿੱਤਰ ਵਿੱਚ ਦੇਖ ਸਕਦੇ ਹੋ ਤੇ ਇਹ ਕੋਕੂਨ ਦੇ ਅੰਦਰ ਮੌਜੂਦ ਪਿਊਪਾ ਹੈ। ਬੇਟਾ ਰੇਸ਼ਮ ਦਾ ਧਾਗਾ ਰੇਸ਼ਮ ਦੇ ਕੀੜੇ ਦੇ ਕੋਕੂਨ ਤੋਂ ਪ੍ਰਾਪਤ ਰੇਸ਼ਿਆਂ ਤੋਂ ਤਿਆਰ ਕੀਤਾ ਜਾਂਦਾ ਹੈ। ਰੇਸ਼ਮ ਦੇ ਕੀੜੇ ਕਈ ਕਿਸਮ ਦੇ ਹੁੰਦੇ ਹਨ ਜਿਹੜੇ ਇੱਕ ਦੂਜੇ ਤੋਂ ਕਾਫੀ ਅਲੱਗ ਹੁੰਦੇ ਹਨ ਤੇ ਦਿਖਾਈ ਵੀ ਅਲੱਗ-ਅਲੱਗ ਦਿੰਦੇ ਹਨ। ਇਸ ਕਰਕੇ ਇਹਨਾਂ ਤੋਂ ਜਿਹੜਾ ਰੇਸ਼ਮ ਸਾਨੂੰ ਪ੍ਰਾਪਤ ਹੁੰਦਾ ਹੈ ਉਹ ਮੋਟਾਈ ਵਿੱਚ, ਚਿਕਨਾਹਟ ਵਿੱਚ, ਚਮਕ ਵਿੱਚ, ਗਠਨ ਵਿੱਚ ਹਰ ਤਰ੍ਹਾਂ ਵੱਖ-ਵੱਖ ਤਰ੍ਹਾਂ ਦਾ ਹੁੰਦਾ ਹੈ। ਇਸ ਲਈ ਜਿਹੜੀ ਟਸਰ ਰੇਸ਼ਮ, ਮੂਗਾ ਰੇਸ਼ਮ, ਕੋਸਾ ਰੇਸ਼ਮ ਤੇ ਹੋਰ ਕਿਸਮਾਂ ਦੇ ਰੇਸ਼ਮ ਵੱਖ-ਵੱਖ ਕਿਸਮ ਦੇ ਰੇਸ਼ਮ ਦੇ ਕੀੜਿਆਂ ਦੁਆਰਾ ਤਿਆਰ ਕੀਤੇ ਗਏ ਕੋਕੂਨਾਂ ਤੋਂ ਪ੍ਰਾਪਤ ਕੀਤੇ ਜਾਂਦੇ ਹਨ। ਤੇ ਸਾਡੇ ਭਾਰਤ ਵਿੱਚ ਸਭ ਤੋਂ ਆਮ ਰੇਸ਼ਮ ਦਾ ਜਿਹੜਾ ਕੀੜਾ ਸ਼ਹਿਤੂਤ ਰੇਸ਼ਮ ਕੀੜਾ ਹੈ। ਇਸ ਕੀੜੇ ਦੇ ਕੋਕੂਨ ਤੋਂ ਪ੍ਰਾਪਤ ਹੋਣ ਵਾਲਾ ਰੇਸ਼ਮ ਨਰਮ, ਚਮਕਦਾਰ ਅਤੇ ਲਚਕੀਲਾ ਹੁੰਦਾ ਹੈ ਤੇ ਇਸ ਨੂੰ ਸੁੰਦਰ ਰੰਗਾਂ ਵਿੱਚ ਰੰਗਿਆ ਜਾ ਸਕਦਾ ਹੈ। ਬੇਟਾ ਰੇਸ਼ਮ ਦੇ ਕੀੜਿਆਂ ਨੂੰ ਪਾਲਣਾ ਜਾਂ ਰੇਸ਼ਮ ਦੇ ਕੀੜਿਆਂ ਦਾ ਕਲਚਰ ਭਾਰਤ ਦਾ ਬੜਾ ਪੁਰਾਣਾ ਪੇਸ਼ਾ ਹੈ। ਭਾਰਤ ਵਪਾਰਕ ਪੱਧਰ ਤੇ ਬਹੁਤ ਜ਼ਿਆਦਾ ਰੇਸ਼ਮ ਦਾ ਉਤਪਾਦਨ ਕਰਦਾ ਹੈ। ਹੁਣ ਇਹ ਤੇ ਤੁਸੀਂ ਲਾਈਫ ਹਿਸਟਰੀ, ਲਾਈਫ ਸਾਈਕਲ ਦੇਖ ਲਿਆ ਸਿਲਕ ਮੌਥ ਦਾ, ਰੇਸ਼ਮ ਦੇ ਕੀੜੇ ਦਾ ਜੀਵਨ ਚੱਕਰ ਤੁਹਾਨੂੰ ਪਤਾ ਚੱਲ ਗਿਆ ਤੇ ਤੁਹਾਨੂੰ ਰੇਸ਼ਮ ਦੀਆਂ ਕਿਸਮਾਂ ਬਾਰੇ ਵੀ ਪਤਾ ਚੱਲ ਗਿਆ। ਬੇਟਾ ਹੁਣ ਕੋਕੂਨ ਤੋਂ ਰੇਸ਼ਮ ਤੱਕ ਕਿਸ ਤਰ੍ਹਾਂ ਪਹੁੰਚਦੇ ਹਾਂ, ਕੋਕੂਨ ਤੋਂ ਰੇਸ਼ਮ ਕਿਸ ਤਰ੍ਹਾਂ ਪ੍ਰਾਪਤ ਕੀਤਾ ਜਾਂਦਾ ਹੈ, ਅਸੀਂ ਇਹ ਡਿਸਕਸ ਕਰਾਂਗੇ ਡਿਟੇਲ ਵਿੱਚ। ਬੇਟਾ ਕੋਕੂਨ ਤੋਂ ਰੇਸ਼ਮ ਤੱਕ, ਫਰੋਮ ਕੋਕੂਨ ਟੂ ਸਿਲਕ, ਰੇਸ਼ਮ ਦੇ ਜਿਹੜੇ ਕੀੜੇ ਹਨ ਇਹਨਾਂ ਤੋਂ ਰੇਸ਼ਮ ਪ੍ਰਾਪਤ ਕਰਨ ਲਈ ਇਹਨਾਂ ਕੀੜਿਆਂ ਨੂੰ ਪਾਲਿਆ ਜਾਂਦਾ ਹੈ। ਹੁਣ ਰੇਸ਼ਮ ਦੇ ਕੀੜੇ ਦਾ ਪਾਲਣ ਕਿਸ ਤਰ੍ਹਾਂ ਹੁੰਦਾ ਹੈ ਅਸੀਂ ਇਹ ਪੜਾਂਗੇ। ਬੇਟਾ ਕੋਈ ਮਾਦਾ ਰੇਸ਼ਮ ਕੀੜਾ ਇੱਕ ਵਾਰ ਵਿੱਚ ਸੈਂਕੜੇ ਅੰਡੇ ਦਿੰਦੀ ਹੈ। ਅੰਡਿਆਂ ਨੂੰ ਸਾਵਧਾਨੀ ਨਾਲ
ਕੱਪੜੇ ਦੀਆਂ ਪੱਟੀਆਂ ਜਾਂ ਕਾਗਜ਼ ਉੱਤੇ ਇਕੱਠਾ ਕਰਕੇ ਰੇਸ਼ਮੀ ਕੀੜੇ ਪਾਲਕਾਂ ਨੂੰ ਵੇਚਿਆ ਜਾਂਦਾ ਹੈ। ਤੁਸੀਂ ਚਿੱਤਰ ਵਿੱਚ ਦੇਖ ਸਕਦੇ ਹੋ ਮਾਦਾ ਰੇਸ਼ਮ ਕੀੜੇ ਨੇ ਕਿੰਨੇ ਸਾਰੇ ਅੰਡੇ ਦਿੱਤੇ ਹੋਏ ਹੈ। ਬੇਟਾ ਵੇਚਣ ਤੋਂ ਬਾਅਦ ਇਹ ਪਾਲਕ ਕੀ ਕਰਦੇ ਹਨ ਕਿ ਅੰਡਿਆਂ ਨੂੰ ਸਿਹਤਮੰਦ ਸਥਿਤੀਆਂ, ਉਚਿਤ ਤਾਪ ਅਤੇ ਨਮੀ ਦੀਆਂ ਅਨੁਕੂਲ ਸਥਿਤੀਆਂ ਵਿੱਚ ਰੱਖਦੇ ਹਨ ਤੇ ਅੰਡਿਆਂ ਨੂੰ ਢੁਕਵੇਂ ਤਾਪਮਾਨ ਤੱਕ ਗਰਮ ਰੱਖਿਆ ਜਾਂਦਾ ਹੈ, ਜਿਸ ਦੇ ਕਾਰਨ ਅੰਡਿਆਂ ਵਿੱਚੋਂ ਲਾਰਵਾ ਨਿਕਲ ਆਉਂਦੇ ਹਨ। ਤੇ ਬੇਟਾ ਇਹ ਜਿਹੜੇ ਲਾਰਵਾ ਹੁੰਦੇ ਹਨ ਇਹਨਾਂ ਨੂੰ ਸ਼ਹਿਤੂਤ ਦੇ ਰੁੱਖ ਦੇ ਪੱਤਿਆਂ ਉੱਤੇ ਰੱਖਿਆ ਜਾਂਦਾ ਹੈ। ਬੇਟਾ ਇਹ ਸਾਰਾ ਕੰਮ ਉਦੋਂ ਕੀਤਾ ਜਾਂਦਾ ਹੈ ਜਦੋਂ ਸ਼ਹਿਤੂਤ ਦੇ ਰੁੱਖ 'ਤੇ ਨਵੇਂ ਪੱਤੇ ਆਉਣ। ਤੁਸੀਂ ਦੇਖ ਸਕਦੇ ਹੋ ਚਿੱਤਰ ਵਿੱਚ ਸ਼ਹਿਤੂਤ ਦੇ ਪੱਤਿਆਂ ਉੱਪਰ ਲਾਰਵਾ ਕਿੰਨੇ ਸਾਰੇ ਪਏ ਹਨ। ਬੇਟੇ ਅਜਿਹਾ ਇਸ ਕਰਕੇ ਕੀਤਾ ਜਾਂਦਾ ਹੈ ਕਿ ਜਿਹੜੇ ਇਹ ਲਾਰਵਾ ਹਨ ਇਹ ਦਿਨ ਰਾਤ ਸ਼ਹਿਤੂਤ ਦੇ ਪੱਤੇ ਖਾਂਦੇ ਹਨ। 25 ਤੋਂ 30 ਦਿਨਾਂ ਦੇ ਬਾਅਦ ਲਾਰਵੇ ਕੈਟਰਪਿਲਰ ਜਿਹੜੇ ਹੈਗੇ ਆ ਇਹ ਖਾਣਾ ਬੰਦ ਕਰ ਦਿੰਦੇ ਹਨ ਤੇ ਕੋਕੂਨ ਬਣਾਉਣ ਲਈ ਬਾਂਸ ਦੇ ਬਣੇ ਛੋਟੇ-ਛੋਟੇ ਚੈਂਬਰਾਂ ਵਿੱਚ ਚਲੇ ਜਾਂਦੇ ਹਨ। ਇਸ ਲਈ ਟਰੇ ਵਿੱਚ ਛੋਟੀਆਂ ਰੈਕਸ ਜਾਂ ਟਾਹਣੀਆਂ ਰੱਖੀਆਂ ਜਾਂਦੀਆਂ ਹਨ ਜਿਨ੍ਹਾਂ ਨਾਲ ਕੋਕੂਨ ਜੁੜ ਜਾਂਦੇ ਹੈ। ਤੁਸੀਂ ਚਿੱਤਰ ਵਿੱਚ ਦੇਖ ਸਕਦੇ ਹੋ ਕੋਕੂਨ ਜੁੜੇ ਹੋਏ ਹੈ ਟਾਹਣੀਆਂ ਨਾਲ। ਫਿਰ ਬੇਟਾ ਜਿਹੜੇ ਕੈਟਰਪਿਲਰ ਜਾਂ ਰੇਸ਼ਮ ਦੇ ਕੀੜੇ ਕੋਕੂਨ ਬਣਾਉਂਦੇ ਹਨ ਇਸ ਵਿੱਚ ਪਿਊਪਾ ਵਿਕਸਿਤ ਹੁੰਦਾ ਹੈ। ਬੇਟਾ ਤੁਸੀਂ ਕੋਕੂਨ ਦੇ ਅੰਦਰ ਪਿਊਪਾ ਵਿਕਸਿਤ ਹੋਇਆ ਦੇਖ ਸਕਦੇ ਹੋ। ਇਹ ਜਿਹੜਾ ਅੰਦਰ ਇਹ ਵਾਲੀ ਚੀਜ਼ ਹੈ ਇਹ ਪਿਊਪਾ ਵਿਕਸਿਤ ਹੋ ਰਿਹਾ ਹੈ। ਇਹ ਬਾਹਰ ਵਾਲਾ ਜਿਹੜਾ ਜਾਲ ਬਣਿਆ ਹੋਇਆ ਇਹ ਕੋਕੂਨ ਹੈ। ਤੇ ਇਸ ਤੋਂ ਬਾਅਦ ਹੁਣ ਅਸੀਂ ਪੜਾਂਗੇ ਪ੍ਰੋਸੈਸਿੰਗ ਐਂਡ ਰੀਲਿੰਗ ਦਾ ਸਿਲਕ। ਬੇਟੇ ਹੁਣ ਅਸੀਂ ਕੋਕੂਨ ਤੋਂ ਧਾਗਾ ਕਿਸ ਤਰ੍ਹਾਂ ਬਣਾਉਣਾ ਹੈ ਰੇਸ਼ਮ ਦਾ ਉਹ ਪੜ੍ਹਨਾ ਹੈ। ਤੇ ਰੇਸ਼ਮ ਦਾ ਰੇਸ਼ਾ ਪ੍ਰਾਪਤ ਕਰਨ ਲਈ ਕੋਕੂਨ ਦੀ ਵੱਡੀ ਢੇਰੀ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਕੋਕੂਨ ਨੂੰ ਧੁੱਪ ਵਿੱਚ ਰੱਖਿਆ ਜਾਂਦਾ ਹੈ ਜਾਂ ਫਿਰ ਪਾਣੀ ਵਿੱਚ ਉਬਾਲਿਆ ਜਾਂਦਾ ਹੈ ਜਾਂ ਭਾਫ਼ ਵਿੱਚ ਰੱਖਿਆ ਜਾਂਦਾ ਹੈ। ਦੇਖੋ ਇੱਥੇ ਕੋਕੂਨ ਪਾਣੀ ਵਿੱਚ ਉਬਾਲੇ ਜਾ ਰਹੇ ਹਨ। ਇਹ ਹਰੇ ਰੰਗ ਦੇ ਸਾਰੇ ਕੋਕੂਨ ਹੈਗੇ ਆ ਬੇਟਾ ਤੇ ਇਹਨਾਂ ਨੂੰ ਪਾਣੀ ਵਿੱਚ ਉਬਾਲਿਆ ਜਾਂਦਾ ਹੈ। ਇਸ ਵਿਧੀ ਵਿੱਚ ਰੇਸ਼ਮ ਦੇ ਰੇਸ਼ੇ ਵੱਖ ਹੋ ਜਾਂਦੇ ਹਨ ਤੇ ਰੇਸ਼ਮ ਦੇ ਰੂਪ ਵਿੱਚ ਵਰਤਣ ਲਈ ਕੋਕੂਨ ਵਿੱਚੋਂ ਰੇਸ਼ੇ ਕੱਢਣ ਦੀ ਵਿਧੀ ਰੇਸ਼ਮ ਦੀ ਰੀਲਿੰਗ ਅਖਵਾਉਂਦੀ ਹੈ। ਇਸ ਤਰਫ ਤੁਸੀਂ ਦੇਖ ਸਕਦੇ ਹੋ ਰੇਸ਼ਮ ਦੀ ਰੀਲਿੰਗ ਹੋ ਰਹੀ ਹੈ। ਰੀਲਿੰਗ ਵਿਸ਼ੇਸ਼ ਮਸ਼ੀਨਾਂ ਵਿੱਚ ਕੀਤੀ ਜਾਂਦੀ ਹੈ ਜੋ ਕੋਕੂਨ ਵਿੱਚੋਂ ਫਾਈਬਰ ਜਾਂ ਰੇਸ਼ਿਆਂ ਨੂੰ ਕੱਢਦੀ ਹੈ। ਇੱਥੇ ਤੁਸੀਂ ਇਹ ਮਸ਼ੀਨ ਦੇਖ ਸਕਦੇ ਹੋ। ਇੱਥੇ ਰੇਸ਼ਮ ਦੀ ਰੀਲਿੰਗ ਹੋ ਰਹੀ ਹੈ ਬੇਟਾ। ਫਿਰ ਇਸ ਨਾਲ ਧਾਗਾ ਪ੍ਰਾਪਤ ਹੋ ਜਾਂਦਾ ਹੈ। ਬੁਣਕਰਾਂ ਦੁਆਰਾ ਰੇਸ਼ਮ ਦੇ ਇਹਨਾਂ ਧਾਗਿਆਂ ਤੋਂ ਫਿਰ ਕੱਪੜਾ ਬੁਣਿਆ ਜਾਂਦਾ ਹੈ ਤੇ ਉਹੀ ਕੱਪੜਾ ਫਿਰ ਅਸੀਂ ਬਾਜ਼ਾਰ ਤੋਂ ਖਰੀਦਦੇ ਹਾਂ। ਇਸ ਤਰ੍ਹਾਂ ਬੇਟਾ ਸਾਡਾ ਅਧਿਆਇ ਤਾਂ ਖਤਮ ਹੋ ਗਿਆ ਪਰ ਹੁਣ ਅਸੀਂ ਥੋੜ੍ਹੀ ਜਿਹੀ ਦੁਹਰਾਈ ਕਰਾਂਗੇ ਤੇ ਉਸ ਤੋਂ ਬਾਅਦ ਤੁਹਾਨੂੰ ਘਰ ਦਾ ਕੰਮ ਵੀ ਦੇਵਾਂਗੇ। ਬੇਟਾ ਸਭ ਤੋਂ ਪਹਿਲਾਂ ਤੁਸੀਂ ਸਿੱਖਿਆ ਕਿ ਭੇਡ ਦੇ ਵਾਲਾਂ ਤੋਂ ਉੱਨ ਕਿਸ ਤਰ੍ਹਾਂ ਬਣਾਈ ਜਾਂਦੀ ਹੈ। ਸਭ ਤੋਂ ਪਹਿਲਾਂ ਭੇਡ ਦੇ ਸਰੀਰ ਤੋਂ ਉਸਦੇ ਵਾਲ ਵੱਖ ਕਰ ਦਿੱਤੇ ਜਾਂਦੇ ਹੈ। ਇਸ ਨੂੰ ਉੱਨ ਦੀ ਕਟਾਈ ਕਹਿੰਦੇ ਹੈ। ਫਿਰ ਉਹਨਾਂ ਵਾਲਾਂ ਦਾ ਅਭਿਮਾਰਜਨ ਕੀਤਾ ਜਾਂਦਾ ਹੈ। ਅਭਿਮਾਰਜਨ ਤੋਂ ਬਾਅਦ ਫਿਰ ਇਹਨਾਂ ਵਾਲਾਂ ਦੀ ਛੰਟਾਈ ਕੀਤੀ ਜਾਂਦੀ ਹੈ। ਛੰਟਾਈ ਤੋਂ ਬਾਅਦ ਫਿਰ ਇਹਨਾਂ ਵਿੱਚੋਂ ਬੁਰ ਵੱਖ ਕਰ ਦਿੱਤੀ ਜਾਂਦੀ ਹੈ। ਫਿਰ ਇਹਨਾਂ ਦਾ ਫਿਰ ਤੋਂ ਅਭਿਮਾਰਜਨ ਕੀਤਾ ਜਾਂਦਾ ਹੈ ਤੇ ਇਹਨਾਂ ਨੂੰ ਸੁਕਾ ਲਿਆ ਜਾਂਦਾ ਹੈ। ਫਿਰ ਇਹਨਾਂ ਰੇਸ਼ਿਆਂ ਨੂੰ ਸੁਕਾਉਣ ਤੋਂ ਬਾਅਦ ਰੰਗਾਈ ਲਈ ਕਾਰਖਾਨਿਆਂ ਵਿੱਚ ਭੇਜਿਆ ਜਾਂਦਾ ਹੈ। ਰੰਗਾਈ ਤੋਂ ਬਾਅਦ ਫਿਰ ਇਹਨਾਂ ਨੂੰ ਸੁਲਝਾਇਆ ਜਾਂਦਾ ਹੈ ਤੇ ਇਹਨਾਂ ਨੂੰ ਲਪੇਟ ਕੇ ਧਾਗਾ ਬਣਾਇਆ ਜਾਂਦਾ ਹੈ। ਇਸ ਤਰ੍ਹਾਂ ਤੁਸੀਂ ਭੇਡ ਦੇ ਸਰੀਰ ਦੇ ਵਾਲਾਂ ਤੋਂ ਉੱਨ ਕਿਸ ਤਰ੍ਹਾਂ ਪ੍ਰਾਪਤ ਹੁੰਦੀ ਹੈ ਇਹ ਸਿੱਖਿਆ। ਫਿਰ ਤੁਸੀਂ ਸਿੱਖਿਆ ਕਿ ਕੋਕੂਨ ਤੋਂ ਰੇਸ਼ਮ ਦਾ ਧਾਗਾ ਕਿਸ ਤਰ੍ਹਾਂ ਬਣਦਾ ਹੈ। ਇਸ ਲਈ ਤੁਹਾਨੂੰ ਪਤਾ ਹੈ ਕਿ ਮਾਦਾ ਰੇਸ਼ਮ ਦਾ ਕੀੜਾ ਜਿਹੜਾ ਹੈ ਉਹ ਬਹੁਤ ਸਾਰੇ ਅੰਡੇ ਦਿੰਦਾ ਹੈ ਤੇ ਉਸਦੇ ਅੰਡਿਆਂ ਨੂੰ ਕਾਗਜ਼ ਵਿੱਚ ਜਾਂ ਫਿਰ ਕਿਸੇ ਸਾਫ਼ ਕੱਪੜੇ ਵਿੱਚ ਇਕੱਠੇ ਕਰ ਲਿਆ ਜਾਂਦਾ ਹੈ ਤੇ ਅੱਗੇ ਇਹਨਾਂ ਨੂੰ ਰੇਸ਼ਮ ਦੇ ਕੀੜੇ ਪਾਲਣ ਵਾਲਿਆਂ ਨੂੰ ਵੇਚ ਦਿੱਤਾ ਜਾਂਦਾ ਹੈ। ਫਿਰ ਉਹ ਰੇਸ਼ਮ ਕੀੜਾ ਪਾਲਕ ਜਿਹੜੇ ਹੁੰਦੇ ਹੈ ਉਹ ਸਹੀ ਸਥਿਤੀਆਂ, ਸਿਹਤਮੰਦ ਸਥਿਤੀਆਂ ਦੇ ਅੰਦਰ ਇਹਨਾਂ ਅੰਡਿਆਂ ਨੂੰ ਰੱਖਦੇ ਹੈ, ਗਰਮ ਰੱਖਦੇ ਹੈ ਤੇ ਇਹਨਾਂ ਵਿੱਚੋਂ ਲਾਰਵਾ ਨਿਕਲ ਆਉਂਦਾ ਹੈ।
ਲਾਰਵੇ ਨੂੰ ਸ਼ਹਿਤੂਤ ਦੇ ਪੱਤਿਆਂ 'ਤੇ ਰੱਖਿਆ ਜਾਂਦਾ ਹੈ ਅਤੇ ਉਹ ਸ਼ਹਿਤੂਤ ਦੇ ਪੱਤੇ ਖਾਧੇ ਜਾਂਦੇ ਹੈ ਅਤੇ ਉਹਨਾਂ ਦੇ ਸਰੀਰ ਵਿੱਚ ਵਾਧਾ ਹੁੰਦਾ ਜਾਂਦਾ ਹੈ। ਕੈਟਰਪਿਲਰ ਉਹ ਪੂਰਾ ਡਿਵੈਲਪ ਹੋ ਕੇ ਪਿਊਪਾ ਬਣਦਾ ਹੈ। ਪਿਊਪਾ ਕੀ ਕਰਦਾ ਹੈ, ਆਪਣੇ ਆਲੇ ਦੁਆਲੇ ਜਾਲ ਜਿਹਾ ਬੁਣਦਾ ਹੈ ਅਤੇ ਇਹ ਜਿਹੜਾ ਜਾਲ ਹੈ ਇਹ ਕੋਕੂਨ ਵਿੱਚ ਬਦਲ ਜਾਂਦਾ ਹੈ ਅਤੇ ਇਸ ਨੂੰ ਕੋਕੂਨ ਕਹਿੰਦੇ ਆ। ਮਤਲਬ ਅਤੇ ਕੋਕੂਨ ਤੋਂ ਅਸੀਂ ਰੇਸ਼ਮ ਦਾ ਜਿਹੜਾ ਧਾਗਾ ਹੈ ਉਹ ਪ੍ਰਾਪਤ ਕਰਦੇ ਹਾਂ। ਕੋਕੂਨ ਨੂੰ ਜਾਂ ਧੁੱਪ ਵਿੱਚ ਰੱਖਿਆ ਜਾਂਦਾ ਹੈ, ਪਾਣੀ ਵਿੱਚ ਉਬਾਲਿਆ ਜਾਂਦਾ ਹੈ ਜਾਂ ਭਾਫ਼ ਨਾਲ ਇਸ ਨੂੰ ਟਰੀਟ ਕੀਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਇਸ ਵਿੱਚੋਂ ਧਾਗਾ ਜਿਹੜਾ ਉਹ ਵੱਖ ਕਰ ਲਿਆ ਜਾਂਦਾ ਹੈ। ਇਸ ਨੂੰ ਰੀਲਿੰਗ ਕਿਹਾ ਜਾਂਦਾ ਹੈ। ਕੋਕੂਨ ਵਿੱਚੋਂ ਧਾਗਾ ਵੱਖ ਕਰਨ ਦੀ ਜਿਹੜੀ ਵਿਧੀ ਹੈ ਉਸ ਨੂੰ ਰੀਲਿੰਗ ਕਹਿੰਦੇ ਹਾਂ। ਅਤੇ ਇਸ ਤਰ੍ਹਾਂ ਤੁਹਾਨੂੰ ਹੁਣ ਇਹ ਵੀ ਪਤਾ ਚੱਲ ਗਿਆ ਕਿ ਕੋਕੂਨ ਤੋਂ ਧਾਗਾ ਰੇਸ਼ਮ ਦਾ ਕਿਸ ਤਰ੍ਹਾਂ ਪ੍ਰਾਪਤ ਕੀਤਾ ਜਾਂਦਾ ਹੈ। ਹੁਣ ਬੇਟੇ ਤੁਹਾਡੇ ਲਈ ਹੋਮਵਰਕ ਹੈ, ਨੋਟ ਕਰੋ ਤੁਸੀਂ। ਡਰਾ ਡਿਫਰੈਂਟ ਸਟੈਪਸ ਆਫ ਲਾਈਫ ਸਾਈਕਲ ਆਫ ਸਿਲਕ ਮੋਥ। ਰੇਸ਼ਮ ਦੇ ਕੀੜੇ ਦੇ ਜੀਵਨ ਚੱਕਰ ਦੇ ਵੱਖ-ਵੱਖ ਪੜਾਵਾਂ ਨੂੰ ਦਰਸਾਉਂਦਾ ਹੋਇਆ ਇੱਕ ਚਿੱਤਰ ਬਣਾਓ। ਇਹ ਤੁਹਾਨੂੰ ਮੈਂ ਸਮਝਾਇਆ ਵੀ ਹੈ ਚਿੱਤਰ ਵਧੀਆ ਤਰੀਕੇ ਨਾਲ ਅਤੇ ਤੁਸੀਂ ਇਸ ਨੂੰ ਆਪਣੀ ਕਾਪੀ ਵਿੱਚ ਬਣਾ ਵੀ ਲੈਣਾ ਹੈ। ਮੈਨੂੰ ਉਮੀਦ ਹੈ ਹੁਣ ਤੁਹਾਨੂੰ ਇਹ ਚੈਪਟਰ ਬਹੁਤ ਚੰਗੀ ਤਰ੍ਹਾਂ ਸਮਝ ਆ ਗਿਆ ਹੈ ਅਤੇ ਤੁਹਾਡੇ ਵਿਗਿਆਨ ਵਿਸ਼ੇ ਦੀ ਜਾਣਕਾਰੀ ਵਿੱਚ ਕਾਫੀ ਵਾਧਾ ਹੋਇਆ ਹੈ। ਧੰਨਵਾਦ।